This meeting is being recorded. ਵਾਹਿਗੁਰੂ जी का खालसा ਵਾਹਿਗੁਰੂ जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਸ੍ਰੀ ਰਾਗ ਕੀ ਵਾਰ ਇਸ ਦੀ ਲੜੀਵਾਰ ਵਿਚਾਰ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ ਤੇ 9 ਪੌੜੀਆਂ ਅਤੇ ਸ਼ਲੋਕਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ 10ਵੀਂ ਪੌੜੀ ਔਰ ਉਸ ਦੇ ਨਾਲ ਦੇ ਸ਼ਲੋਕਾਂ ਦੀ ਵਿਚਾਰ ਕਰਾਂਗੇ। ਪਹਿਲਾ ਸ਼ਲੋਕ ਜਿਸ ਦਾ ਪਾਠ ਆਪਦੀ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ ਉਸ ਦਾ ਪਾਠ ਕਰਕੇ ਤੇ ਉਸ ਦੇ ਅੱਗੋਂ ਅਰਥਾਂ ਦੇ ਵਿਚਾਰ ਕਰਨ ਦਾ ਯਤਨ ਕਰਾਂਗੇ ਜੀ। ਸ਼ਲੋਕ ਮਹਿਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਾ ਚੀਨੈ, ਮਨ ਮੂਰਖ ਕਾ ਵਾਰ। ਦੂਜੈ ਭਾਏ ਜਗਤ ਪ੍ਰਬੋਧਦਾ, ਨਾ ਬੂਝੈ ਵਿਚਾਰ। ਬਿਰਥਾ ਜਨਮ ਗਵਾਇਆ, ਮਰ ਜੰਮੈ ਮਾਰੋ ਵਾਰ। ਇਸ ਸ਼ਲੋਕ ਦੇ ਅੰਦਰ ਜੋ ਸਮਾਜ ਦੀ ਹਾਲਤ ਹੈ ਉਹ ਗੁਰੂ ਪਾਤਸ਼ਾਹ ਨੇ ਬਿਆਨ ਕੀਤੀ ਹੈ ਔਰ ਇੰਟਰਸਟਿੰਗ ਚੀਜ਼ ਇਹ ਹੈ ਕਿ ਜੋ ਹਾਲਤ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਸਮੇਂ ਦੇ ਸਮਾਜ ਦੇ ਵਿੱਚ ਦੇਖੀ ਸੀ ਅਤੇ ਜਿਸ ਦਾ ਬਿਆਨ ਕੀਤਾ ਸੀ ਉਹ ਅੱਜ ਵੀ ਉਵੇਂ ਹੀ ਹੈ। ਲੋਕਾਂ ਦੇ ਆਚਰਣ ਦੇ ਵਿੱਚ, ਲੋਕਾਂ ਦੇ ਬਿਹੇਵੀਅਰ ਦੇ ਵਿੱਚ, ਉਹਨਾਂ ਦੇ ਜੀਣ ਦੇ ਢੰਗ ਦੇ ਵਿੱਚ ਕੋਈ ਫਰਕ ਨਹੀਂ ਹੈ। ਜੋ 500 ਸਾਲ ਤਕਰੀਬਨ 500 ਸਾਲ ਪਹਿਲਾਂ ਜੋ ਹਾਲਾਤ ਸੀ ਅੱਜ ਵੀ ਉਵੇਂ ਜਿਹੇ ਹਾਲਾਤ ਨੇ। ਤਾਂ ਪਹਿਲੀ ਪੰਕਤੀ 'ਚ ਗੁਰੂ ਪਾਤਸ਼ਾਹ ਫਰਮਾ ਰਹੇ ਹਨ ਕਿ ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ। ਪੰਡਿਤ ਤੱਤੇ ਨੂੰ ਔਂਕੜ ਦੇ ਨਾਲ ਆਇਆ ਹੈ। ਇਹ ਇੱਕ ਵਚਨ ਪੁਲਿੰਗ ਨਾਮ ਹੈ। ਤਾਂ ਇੱਕ ਪੰਡਿਤ ਦੀ ਗੱਲ ਹੋ ਰਹੀ ਹੈ ਪਰ ਕਿਸੇ ਖਾਸ ਇੱਕ ਪੰਡਿਤ ਜਿਹੜਾ ਕੋਈ ਸਾਹਮਣੇ ਬੈਠਾ ਹੈ ਜਾਂ ਉਸ ਤਰ੍ਹਾਂ ਗੱਲ ਨਹੀਂ ਹੈ। ਇਨ ਜਨਰਲ ਸਟੇਟਮੈਂਟ ਹੈ ਕਿ ਭਈ ਪੰਡਿਤ ਕੀ ਕਰਦਾ ਹੈ ਕਿ ਉਹ ਪੜ ਪੜ ਉੱਚਾ ਕੂਕਦਾ। ਪੜ ਦੇ ਅੜਾੜੇ ਨੂੰ ਸਿਆਰੀ ਹੈ ਦੋਨਾਂ ਲਫ਼ਜ਼ਾਂ ਦੇ, ਜਿਹਦਾ ਭਾਵ ਹੈ ਪੜ ਕੇ ਉੱਚਾ ਕੂਕਦਾ। ਕੂਕਦਾ ਦਾ ਆਖਰੀ ਅਰਥ ਹੁੰਦਾ ਹੈ ਬੋਲਣਾ, ਕੂਕਾਂ ਮਾਰਨੀਆਂ, ਉੱਚੀ ਆਵਾਜ਼ ਵਿੱਚ ਗੱਲ ਬੋਲਣੀ। ਆਪ ਜੀ ਨੇ ਸੁਣਿਆ ਹੋਏਗਾ ਸਿੱਖ ਸਮਾਜ ਦੇ ਨਾਲ ਸੰਬੰਧਿਤ ਜਿਹੜੇ ਸਿੱਖਾਂ ਦੇ ਵਿੱਚੋਂ ਹੀ ਨਿਕਲੇ ਨੇ ਪਰ ਅੱਜ ਕੱਲ੍ਹ ਆਪਣੇ ਆਪ ਨੂੰ ਨਾਮਧਾਰੀ ਅਖਵਾਉਂਦੇ ਨੇ, ਉਹਨਾਂ ਦਾ ਇੱਕ ਉਪਨਾਮ ਦੂਜਾ ਕੂਕੇ ਵੀ ਹੈ। ਉਹਨਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ। ਪੁਰਾਣਾ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇੱਕ ਸਾਕਾ ਵਰਤਿਆ ਸੀ ਜਿਹਦੇ ਵਿੱਚ ਕਾਫੀ ਸਾਰੇ ਨਾਮਧਾਰੀਆਂ ਨੂੰ ਤੋਪਾਂ ਦੇ ਅੱਗੇ ਖੜੇ ਕਰਕੇ ਉਡਾ ਦਿੱਤਾ ਗਿਆ ਸੀਗਾ ਤੇ ਉਹਨਾਂ ਦੇ ਬਾਰੇ ਕੋਈ ਕਿਤਾਬਾਂ ਵੀ ਛਪੀਆਂ ਹਨ, ਕੋਈ ਲੇਖ ਵੀ ਛਪੇ ਹਨ ਜਿਨ੍ਹਾਂ 'ਚ ਲਿਖਿਆ ਗਿਆ ਵੀ ਕੂਕਿਆਂ ਦੀ ਵਿਥਿਆ। ਤਾਂ ਨਾਮਧਾਰੀਆਂ ਨੂੰ ਕੂਕੇ ਕਿਹਾ ਜਾਂਦਾ ਸੀਗਾ। ਕਾਰਨ ਉਹ ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਹੈ ਪ੍ਰਭੂ ਦਾ ਨਾਮ ਜਿਵੇਂ ਲੈਣਾ ਉਹ ਬੋਲਦੇ ਸੀ ਤੇ ਉਹਨਾਂ ਨੂੰ ਲੋਕਾਂ ਨੇ ਉਹਨਾਂ ਦਾ ਨਾਮ ਹੀ ਕੂਕੇ ਪਾ ਦਿੱਤਾ ਵੀ ਇਹ ਬਹੁਤ ਉੱਚਾ ਬੋਲਦੇ ਨੇ। ਖੈਰ ਗੱਲ ਐਕਚੁਅਲੀ ਸੀ ਕੂਕੇ ਦੇ ਅਰਥ ਦੀ। ਕੂਕਣਾ ਦਾ ਅਰਥ ਹੁੰਦਾ ਹੈ ਉੱਚੀ ਬੋਲਣਾ। ਤਾਂ ਪੰਡਿਤ ਪੜ ਪੜ ਉੱਚਾ ਕੂਕਦਾ। ਕੀ ਉੱਚਾ ਕੂਕਦਾ ਹੈ? ਕਿਹੜੀ ਚੀਜ਼ ਪੜ ਕੇ ਉੱਚੀ ਬੋਲਦਾ ਹੈ? ਉਹ ਹੈ ਧਾਰਮਿਕ ਪੁਸਤਕਾਂ। ਜਿਹੜੇ ਉਸ ਸਮੇਂ ਦੇ ਸਮਾਜ ਦੇ ਅੰਦਰ ਜਿਹੜੇ ਧਾਰਮਿਕ ਆਗੂ ਸਨ, ਤਾਂ ਪੰਡਿਤ ਜਿਹੜਾ ਸੀ ਉਸ ਦੇ ਭਾਰਤੀ ਸਮਾਜ ਦਾ, ਹਿੰਦੂ ਵਰਗ ਦਾ, ਸਨਾਤਨ ਮਤ ਦੇ ਫਾਲੋਅਰਸ ਦਾ ਧਾਰਮਿਕ ਆਗੂ ਸੀ ਤੇ ਇਹ ਉਹਦੀ ਹੀ ਜ਼ਿੰਮੇਵਾਰੀ ਸੀ, ਉਹਦਾ ਹੀ ਹੱਕ ਸੀ ਕਿ ਉਹ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਤੇ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਵੇ। ਕਿਉਂਕਿ ਧਰਮ ਪੁਸਤਕਾਂ ਜਿਹੜੀਆਂ ਸਨ ਉਹ ਸਾਰੀਆਂ ਸੰਸਕ੍ਰਿਤ ਬੋਲੀ ਦੇ ਵਿੱਚ ਸਨ ਤੇ ਆਮ ਜਨਤਾ ਨੂੰ ਸੰਸਕ੍ਰਿਤ ਬੋਲੀ ਦੀ ਸਮਝ ਹੁੰਦੀ ਵੀ ਨਹੀਂ ਸੀ ਤੇ ਉਹਨਾਂ ਨੂੰ ਪੜ੍ਹਨ ਦੀ ਇਜਾਜ਼ਤ ਵੀ ਨਹੀਂ ਸੀ। ਇਹ ਕੰਮ ਕੇਵਲ ਬ੍ਰਾਹਮਣਾਂ ਦੇ ਹਿੱਸੇ ਹੀ ਆਇਆ ਸੀ। ਤਾਂ ਇਸ ਕਰਕੇ ਪੰਡਤ ਜਿਹੜਾ ਸੀ ਉਹਦਾ ਇਹ ਹੱਕ ਬਣ ਜਾਂਦਾ ਸੀ ਕਿ ਉਹ ਇਹਨਾਂ ਧਰਮ ਪੁਸਤਕਾਂ ਦੀ ਵਿਆਖਿਆ ਆਮ ਜਨਤਾ ਦੇ ਨਾਲ ਸਾਂਝੀ ਕਰੇ ਔਰ ਇਹ ਕੰਮ ਉਹ ਕਰਦੇ ਸਨ ਪਰ ਕੰਡੀਸ਼ਨ ਦੇ ਨਾਲ ਕਿ ਭਈ ਇਹਦੇ ਬਦਲੇ ਦੂਜੇ ਲੋਕ ਜੋ ਮਿਹਨਤ ਮਸ਼ੱਕਤ ਕਰਕੇ
ਧਨ ਪਦਾਰਥ ਕਮਾਉਂਦੇ ਹਨ, ਜੋ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਪੈਸਾ ਇਕੱਠਾ ਕਰਦੇ ਹਨ, ਉਹਦੇ ਵਿੱਚੋਂ ਕੁਝ ਹਿੱਸਾ ਉਹ ਪੰਡਿਤ ਨੂੰ ਦੇਣ ਦਾਨ ਦੇ ਰੂਪ ਵਿੱਚ, ਤੇ ਤਾਂ ਪੰਡਿਤ ਜੀ ਮਿਹਰਬਾਨੀ ਕਰਕੇ ਉਹਨਾਂ ਨੂੰ ਧਰਮ ਪੁਸਤਕ ਦਾ ਗਿਆਨ ਉਹਨਾਂ ਨੂੰ ਸਾਂਝਾ ਕਰਨਗੇ। तो ये पंडित जी वास्ते बड़ा कन्वीनियंट अरेंजमेंट सीगा कि उन्होंने तो एक बारी जो धार्मिक पुस्तकों का ज्ञान हासिल कर लिया, फिर हर मौके जो जिंदगी किसी भी इंसान के जिंदगी आते हैं उत्थे उन्होंने सलाह जरूर देनी है, उन्होंने ही गाइड करना है कि तुसी की कर सकते हो, की नहीं कर सकते, कदों कर सकते हो, कदों नहीं करना चाहिए। तो ये सारिया गल्लां उन्होंने अधिकार खेतर जांदियां सन। पर ये पिछे उन्होंने अंदर भावना यही बन जाती सी कि मेरे इस ज्ञान का सदका मैनू पैसा जोड़ा है वो खुला मिले, और उन्होंने इत्थे इन्ने को पैसे के नाल सबर नहीं सी आ जाता कि बई जोड़ा चलो जीवन निर्वाह वास्ते जरूरी है उन्होंने को पैसा लैके तो उन्होंने सबर आ जाए। नहीं, भावें जड़ियां पुस्तकां वो धर्म दियां पढ़ के जिन्हां दी व्याख्या करते सन उन्होंने विच तां लालच तो बचन की हिदायत हुंदी सी, सबर संतोख की गल्लां हुंदियां सन, पर उन्होंने अपने अंदर जो भावना सी, जो उन्होंने अंदर मन के विच विचार सी कि वध तो वध माया जिहड़ी है वो जजमानां दे कोलों जिहड़े उन्हां दीयां गल्लां सुनदे हन उन्हां दे कोलों माया वो पंडितां नूं मिल जावे। उन्हां दी इस विचार की अवस्था का जिक्र जो है इस पंक्ति गुरु पातशाह ने किया है कि पंडित पढ़ पढ़ उच्चा कूकदा, बड़ा कॉन्फिडेंस दे नाल, बड़े हक दे नाल वो अपने जजमानां नूं धर्म पुस्तकां दा धर्म पुस्तकां दी जानकारी ज्ञान उन्हां दे नाल साझा करदा है, उन्हां नूं दसदा है, पर अंदर भावना उहदे है माया दे मोह दे नाल उहदा प्यार है, वो उसके जीवन का जो ड्राइविंग फोर्स है, उहदे अंदर असल भावना है कि भाई वध तो वध माया इकट्ठी करनी है इहदा धर्म की पुस्तकों के ज्ञान के सहारे। तो हैरानी की गल यह होंदी है कि जिहड़ा ज्ञान वो दूजियां नूं समझा रहा है उस ज्ञान का प्रैक्टिकल इस्तेमाल वो अपनी जिंदगी बिल्कुल नहीं करता। धर्म पुस्तकों में तो पक्की गल है बई सच की गल लिखी होंदी है, सबर संतोख की गल लिखी होंदी है, सरबत के भले दियां भी विचारां उहदे अंदर आ जांदियां हन, पर पंडित के जीवन के विच ऐसा कुछ भी देखने को नहीं मिलता। उहदे अंदर स्वार्थ ते दूजियां दे उत्ते जबर ते दूजियां दे उत्ते धक्के करन दी जिहड़ी है वो बिरती नजर आती है। तो इसलिए अगली पंक्ति के अंदर गुरु पातशाह ने उसके जो जीवन की अवस्था है उन्होंने बयान करदे होया ये शब्द इस्तेमाल किए हैं कि अंतर ब्रह्म ना चीनई मन मूर्ख गवार, कि उहदे हिरदे दे विच तां धर्म नाम दी या प्रभु दे प्यार दे नाम वर्गी कोई चीज़ ही नहीं है। अंतर दे रारे नूं सियारी है, जिहदे तो भाव है उहदे हिरदे दे अंदर उहदी सोच दे उहदी जो मानसिक अवस्था है उहदे अंदर ब्रह्म ना चीनई, ब्रह्म जो अकाल पुरख दे वास्ते लफज सिनोनिम वजों वरत्या गया है, जो सारी सृष्टि का सिरजनहार है, पालनहार है, उस ब्रह्म नूं अपने हिरदे दे विच ना चीनई, नहीं चीनदा, भाव उहदी पछाण ही नहीं करता, उहनूं टिकाणा नहीं दिंदा, उहदे बारे कोई विचार मन दे विच रखदा ही नहीं है, उहदे बारे समझदा ही नहीं है। तो फिर उहदे मन की अवस्था बन की जाती है, तो उहनूं गुरु साहब ने इन्हां लफ्ज़ां 'च बयान किया है कि मन मूर्ख गवार, मन दे नन्हे नूं सियारी है, मन दे विच भाव मन दे अंदरों तां मनो वो मूर्ख ते गवार ही रहिंदा है। भावें उसनूं धार्मिक ग्रंथों का ज्ञान तो बहुत है दिमागी लैवल के उत्ते, पर आचरण के रूप के अंदर और हिरदे दे विच अपने विचारां दे अंदर जो है वो धार्मिक ज्ञान बिल्कुल भी प्रगट नहीं हुंदा, उहदा इस्तेमाल ही नहीं हुंदा। तो भाव की होया कि बई गल्लां तो जबान तो वो बहुत ज्ञानी है, दूजियां नूं भी ज्ञान का प्रगटावा करके समझा रहा है, सुना रहा है, पर उसे ज्ञान नूं
ਉਹ ਆਪਣੇ ਵਿਚਾਰਾਂ ਉਹਨਾਂ ਨੂੰ ਵਰਤ ਕੇ ਉਹ ਆਪਣੇ ਵਿਚਾਰਾਂ ਨੂੰ ਮੋਲਡ ਨਹੀਂ ਕਰਦਾ, ਉਹਨਾਂ ਨੂੰ ਨਹੀਂ ਕੱਢਦਾ, ਉਹਨਾਂ ਦੀ ਘਾੜਤ ਨਹੀਂ ਕਰਦਾ। ਉਹਦੇ ਮਨ ਦੇ ਅੰਦਰ ਉਹ ਗਿਆਨ ਦੇ ਬੋਲ ਬਿਲਕੁਲ ਵੀ ਅਸਰ ਨਹੀਂ ਕਰਦੇ। ਅੰਤਰ ਬ੍ਰਹਮ ਨਾ ਚੀਨਈ, ਉਹਦੇ ਅੰਦਰ ਬ੍ਰਹਮ ਦੀ, ਪ੍ਰਮਾਤਮਾ ਦੀ ਕੋਈ ਵਿਚਾਰ ਨਹੀਂ ਟਿਕਦੀ, ਉਹਦੇ ਬਾਰੇ ਕੋਈ ਭਾਵਨਾ ਨਹੀਂ ਆਉਂਦੀ। ਮਨੋ ਮੂਰਖ ਤੇ ਗਵਾਰ ਹੀ ਰਹਿੰਦਾ ਹੈ। ਮੂਰਖ ਔਰ ਗਵਾਰ ਕੌਣ ਹੁੰਦਾ ਹੈ? ਜਿਹਦੇ ਕੋਲ ਗਿਆਨ ਨਹੀਂ ਹੁੰਦਾ, ਜਿਹਨੂੰ ਸੋਝੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ। ਪਰ ਇਹ ਦਿਮਾਗੀ ਤੌਰ ਤੇ ਸਮਝਦਾਰ ਪੰਡਿਤ ਮਾਨਸਿਕ ਤੌਰ ਦੇ ਉੱਤੇ, ਆਚਰਨਕ ਤੌਰ ਦੇ ਉੱਤੇ, ਵਿਚਾਰਾਂ ਦੇ ਤਲ ਦੇ ਉੱਤੇ ਮੂਰਖ ਤੇ ਗਵਾਰ ਹੀ ਰਹਿੰਦਾ ਹੈ। ਤੋ ਜ਼ਬਾਨ ਦੇ ਤਲ ਦੇ ਉੱਤੇ ਉਹ ਬਹੁਤ ਗਿਆਨੀ ਹੈ, ਪਰ ਮਨ ਦੇ ਤਲ ਦੇ ਉੱਤੇ ਉਹ ਮੂਰਖ ਤੇ ਗਵਾਰ ਹੈ। ਤੋ ਇਹ ਦੁਨੀਆ ਦੇ ਵਿੱਚ ਬਹੁਤਾਤ ਪ੍ਰਚਾਰਕ ਸ਼੍ਰੇਣੀ ਜਿਹੜੀ ਹੈ, ਪੁਜਾਰੀ ਸ਼੍ਰੇਣੀ ਜਿਹੜੀ ਹੈ, ਉਹਨਾਂ ਦੇ ਸਭ ਦੀ ਅੱਜ ਵੀ ਇਹੀ ਹਾਲਤ ਹੈ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਣ। ਸਾਡੇ ਸਿੱਖ ਸਮਾਜ ਦੇ ਅੰਦਰ ਵੀ ਐਸੇ ਬੜੇ ਵਿਆਖਿਆਕਾਰ, ਕਥਾਕਾਰ ਤੇ ਹੋਰ ਧਾਰਮਿਕ ਆਗੂ ਜੋ ਸਟੇਜਾਂ ਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹਨ, ਗੁਰਬਾਣੀ ਦੇ ਪ੍ਰਮਾਣ ਦਿੰਦੇ ਹਨ, ਵਿਆਖਿਆ ਕਰਦੇ ਹਨ। ਉਹਨਾਂ ਦਾ ਜਦੋਂ ਜੀਵਨ ਨੂੰ ਦੇਖਿਆ ਜਾਵੇ ਤਾਂ ਉਹ ਜਿਨ੍ਹਾਂ ਪੰਕਤੀਆਂ ਦੀ ਬੜੀ ਧੜੱਲੇਦਾਰ ਵਿਆਖਿਆ ਕਰਦੇ ਹਨ, ਉਹਨਾਂ ਦੀ ਹੋਂਦ ਉਹਨਾਂ ਦੇ ਜੀਵਨ ਦੇ ਵਿੱਚੋਂ ਨਜ਼ਰ ਨਹੀਂ ਆਉਂਦੀ। ਤੋ ਇਸ ਕਰਕੇ ਜੋ ਧਾਰਮਿਕ ਬੰਦਿਆਂ ਦੀ, ਧਾਰਮਿਕ ਸਮਾਜ ਦੇ ਅੰਦਰ ਜੋ ਧਰਮ ਦੀ ਵਿਆਖਿਆ ਕਰਨ ਵਾਲੇ ਲੋਕਾਂ ਦੀ ਜੋ ਅਵਸਥਾ 500 ਸਾਲ ਪਹਿਲਾਂ ਸੀ, ਅੱਜ ਵੀ ਉਹੀ ਹਾਲਾਤ ਬਣੇ ਹੋਏ ਹਨ। ਕਾਰਨ ਇਹ ਹੈ ਕਿ ਦਿਮਾਗੀ ਤਲ ਦੇ ਉੱਤੇ ਹਾਸਲ ਕੀਤਾ ਹੋਇਆ ਗਿਆਨ ਉਹਨਾਂ ਦੇ ਹਿਰਦੇ ਨੂੰ ਨਹੀਂ ਛੂੰਹਦਾ, ਉਹਨਾਂ ਦੇ ਵਿਚਾਰਾਂ ਨੂੰ ਉਹ ਪ੍ਰਭਾਵਿਤ ਨਹੀਂ ਕਰਦਾ, ਤੇ ਮਨੋਂ ਤਾਂ ਉਹ ਉਵੇਂ ਹੀ ਰਹਿ ਜਾਂਦੇ ਹਨ ਜਿਵੇਂ ਕੁਝ ਉਹਨਾਂ ਨੂੰ ਕੋਲ ਭਾਵੇਂ ਗਿਆਨ ਹੋਵੇ ਚਾਹੇ ਨਾ ਹੋਵੇ, ਇੱਕ ਬਰਾਬਰ ਹੀ ਗੱਲ ਹੈ। ਤੋ ਜਿਨ੍ਹਾਂ ਨੂੰ ਉਹ ਸੁਣਾ ਰਹੇ ਹਨ ਉਹ ਤਾਂ ਮੂਰਖ ਗਵਾਰ ਹੈ ਹੀ ਨਹੀਂ, ਪਰ ਉਹ ਆਪ ਸੁਣਾਉਣ ਵਾਲਾ ਵੀ ਮੂਰਖ ਅਤੇ ਗਵਾਰ ਹੀ ਹੈ। ਅਗਲੇ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦੂਜਾ ਭਾਏ ਜਗਤ ਪ੍ਰਬੋਧ ਦਾ, ਨਾ ਬੂਝਾ ਵਿਚਾਰ। ਕਿ ਇਹੋ ਜਿਹਾ ਪੰਡਤ ਫਿਰ ਜਿਹੜਾ ਇਸ ਧਾਰਮਿਕ ਗਿਆਨ ਦੀ ਵਿਚਾਰ ਹੈ ਉਸਨੂੰ ਤਾਂ ਸਮਝਦਾ ਹੀ ਨਹੀਂ ਹੈ। ਪ੍ਰਬੋਧ ਦਾ ਜੋ ਅਖਰੀ ਅਰਥ ਹੈ ਉਹ ਹੈ ਦੂਜਿਆਂ ਨੂੰ ਗਿਆਨ ਦੇਣਾ, ਦੂਜਿਆਂ ਨੂੰ ਸੋਝੀ ਦੇਣਾ, ਪ੍ਰਬੋਧ ਕਰਾਣਾ, ਸਮਝ ਦੇਣਾ। ਤੋ ਦੂਜੇ ਪਾਏ ਤੋਂ ਭਾਵ ਹੈ ਕਿ ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਮਾਇਆ ਦੇ ਪਿਆਰ ਦੇ ਵਿੱਚ ਹੀ ਫਸ ਕੇ, ਮਾਇਆ ਦੇ ਲਾਲਚ ਵਿੱਚ ਹੀ ਲੱਗ ਕੇ ਜਗਤ ਨੂੰ ਤਾਂ ਉਹ ਧਾਰਮਿਕ ਗਿਆਨ ਦਿੰਦਾ ਹੈ, ਜਗਤ ਪ੍ਰਬੋਧ ਦਾ, ਪਰ ਆਪਣੇ ਜੀਵਨ ਦੇ ਅੰਦਰ ਨਾ ਬੁੱਝਾ ਵਿਚਾਰ, ਉਹ ਉਸੇ ਧਾਰਮਿਕ ਗਿਆਨ ਦੀ ਵਿਚਾਰ ਨੂੰ ਸਮਝਦਾ ਨਹੀਂ ਹੈ, ਉਹਦੀ ਉਹਨੂੰ ਸਮਝ ਬੂਝ ਹੁੰਦੀ ਨਹੀਂ ਹੈ। ਔਰ ਸਮਝ ਬੂਝ ਦੀ ਜੋ ਪਛਾਣ ਹੈ ਉਹ ਕਰਮ ਤੋਂ ਹੀ ਹੋ ਸਕਦੀ ਹੈ, ਗੱਲਾਂ ਤੋਂ ਨਹੀਂ ਹੋ ਸਕਦੀ। ਤਾਂ ਗੱਲਾਂ ਤਾਂ ਉਸ ਨੂੰ ਧਰਮ ਦੀਆਂ ਕਰਨੀਆਂ ਆਉਂਦੀਆਂ ਹਨ, ਪਰ ਆਚਰਣ ਦੇ ਅੰਦਰ, ਉਹਦੇ ਕਿਰਦਾਰ ਦੇ ਅੰਦਰ ਇਹ ਧਾਰਮਿਕ ਗਿਆਨ ਪ੍ਰਗਟ ਨਹੀਂ ਹੁੰਦਾ। ਤਾਂ ਉਹਦੇ ਜੋ ਆਚਰਣ ਦੇ ਅੰਦਰੋਂ ਜੋ ਚੀਜ਼ ਨਜ਼ਰ ਆਉਂਦੀ ਹੈ ਉਹ ਦੂਜੇ ਪਾਏ ਹੈ, ਭਾਵ ਮਾਇਆ ਦਾ ਪਿਆਰ। ਤੇ ਮਾਇਆ ਦੇ ਪਿਆਰ ਦੇ ਵਿੱਚ ਹੀ ਫਸਿਆ ਹੋਇਆ ਉਹ ਸੰਸਾਰ ਨੂੰ, ਜਗਤ ਨੂੰ ਪ੍ਰਬੋਧਦਾ ਹੈ, ਮੱਤਾਂ ਦਿੰਦਾ ਹੈ, ਸਮਝਾਉਂਦਾ ਹੈ, ਪਰ ਆਪ ਨਾ ਬੂਝਾ ਵਿਚਾਰ, ਆਪ ਉਸੇ ਹੀ ਗਿਆਨ ਦੀ ਵਿਚਾਰ ਨਹੀਂ ਕਰਦਾ ਤੇ ਆਪਣੇ ਜੀਵਨ ਵਿੱਚ ਵੀ ਨਹੀਂ ਅਪਣਾਉਂਦਾ। ਤਾਂ ਇਸ ਸਭ ਦਾ ਅਸਰ ਕੀ ਹੁੰਦਾ ਹੈ? ਜੋ ਪ੍ਰੈਕਟੀਕਲ ਕੰਡੀਸ਼ਨ ਹੈ, ਜੋ ਸਟੇਟਸ ਬਣਦਾ ਹੈ ਉਹ ਕੀ ਹੈ ਕਿ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਉਹ ਆਪਣਾ ਜਨਮ ਵਿਅਰਥ ਹੀ ਗਵਾ ਦਿੰਦਾ ਹੈ ਤੇ ਮੁੜ ਮੁੜ ਕੇ ਮਰਨ ਤੇ ਜੰਮਣ ਦੇ ਗੇੜ ਦੇ ਵਿੱਚ ਪੈ ਜਾਂਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਵਸਥਾ ਤਾਂ ਉਹਨਾਂ ਲੋਕਾਂ ਦੀ ਵੀ ਹੁੰਦੀ ਹੈ ਜਿਹੜੇ ਧਾਰਮਿਕ ਗਿਆਨ ਨਹੀਂ ਰੱਖਦੇ, ਜਿਹੜੇ ਅਣਜਾਣ ਹੁੰਦੇ ਹਨ, ਅਗਿਆਨੀ ਹੁੰਦੇ ਹਨ, ਜਿਨ੍ਹਾਂ ਨੂੰ ਸਮਝ ਨਹੀਂ ਹੈ। ਪਰ ਉਹਨਾਂ ਦੇ ਬਾਰੇ ਤਾਂ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਵੀ ਚਲੋ ਉਹਨਾਂ ਦਾ ਕਸੂਰ ਘੱਟ ਹੈ, ਕਿਉਂਕਿ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਸੀ ਤੇ ਉਹ ਵਿਚਾਰੇ ਭੁਲੇਖੇ ਵਿੱਚ ਹੀ, ਅਗਿਆਨਤਾ ਦੇ ਵਿੱਚ ਹੀ, ਮਾਇਆ ਦੇ ਚੱਕਰ 'ਚ ਫਸ ਗਏ, ਧਰਮ ਦੀ ਸੋਝੀ ਮਿਲੀ ਨਹੀਂ ਤੇ ਆਪਣਾ ਜਨਮ ਉਹਨਾਂ ਨੇ ਵਿਅਰਥ ਗਵਾ ਲਿਆ।
ਪਰ ਫਿਰ ਵੀ ਉਹਨਾਂ ਦਾ ਇਸ ਗੱਲ ਤੋਂ ਲਿਹਾਜ਼ ਕੀਤਾ ਜਾ ਸਕਦਾ ਹੈ ਕਿ ਬਈ ਉਹ ਵਿਚਾਰਿਆਂ ਨੂੰ ਗਿਆਨ ਨਹੀਂ ਸੀਗਾ, ਉਹਨਾਂ ਕੋਲ ਗਿਆਨ ਦਾ ਚਾਨਣ ਨਹੀਂ ਸੀ, ਤੇ ਉਹ ਹਨੇਰੇ ਵਿੱਚ ਉਹ ਭੁਲੇਖਾ ਖਾ ਗਏ। ਪਰ ਪੰਡਿਤ ਦੀ ਗੱਲ ਇਹ ਹੋ ਰਹੀ ਹੈ ਕਿ ਉਹਦੇ ਕੋਲ ਤਾਂ ਗਿਆਨ ਦਾ ਚਾਨਣ ਹੈ, ਨਿਹਰਾ ਆਪਣੇ ਕੋਲ ਹੀ ਨਹੀਂ ਹੈ, ਉਹ ਤਾਂ ਦੂਜਿਆਂ ਨੂੰ ਵੀ ਚਾਨਣ ਦੇਣ ਦੀ ਕਿਰਿਆ ਕਰ ਰਿਹਾ ਹੈ, ਦੂਜਿਆਂ ਨੂੰ ਵੀ ਗਿਆਨ ਪੜ੍ਹ ਕੇ ਸੁਣਾ ਰਿਹਾ ਹੈ। ਦੂਜੇ ਭਾਏ ਜਗਤ ਪ੍ਰਬੋਧੋ, ਜਗਤ ਨੂੰ ਪ੍ਰਬੋਧ ਰਿਹਾ ਹੈ, ਉਹਨਾਂ ਨੂੰ ਸਿੱਖਿਆ ਦੇ ਰਿਹਾ ਹੈ, ਉਹਨਾਂ ਨੂੰ ਮੱਤਾਂ ਦੇ ਰਿਹਾ ਹੈ। ਪਰ ਉਹ ਆਪ ਇਸ ਸਾਰੇ ਚਾਨਣ ਦੇ ਹੁੰਦਿਆਂ ਹੋਇਆਂ ਵੀ ਜੀਵਨ ਉਵੇਂ ਹੀ ਬਤੀਤ ਕਰ ਰਿਹਾ ਹੈ ਜਿਵੇਂ ਹਨੇਰੇ ਦੇ ਵਿੱਚ ਰਹਿੰਦਾ ਹੋਇਆ ਕੋਈ ਜੀਵ ਕਰਦਾ ਹੈ। तो इस करके गुरु पातशाह फरमाते हैं कि बिरथा जन्म गवाया, भाव उन्हें अपना जन्म व्यर्थ ही गवा लिया, मर जम्मै वारों वार, मुड़ मुड़ के फिर वो जन्म मरण के गेड़ विच पै जाता है। तो ये जिन्ना सारा धर्म का ज्ञान धार्मिक पुस्तकों का पढ़िया होया, ये ज्ञान उहदे अपने किसी काम नहीं आया, क्योंकि उन्हें उसनूं अपने जीवन विच आप नहीं अपनाया, केवल तो केवल वो दूजियां नूं मत्तां ही दिंदा रह गया। आप वो अज्ञानियां दे वांग मूर्खां दे वांग केवल माया दे प्यार दे विच ही फसिया रहा। दूसरे श्लोक दे विच गुरु अमरदास पातशाह दा श्लोक है महला तीजा, जिनी सतगुर सेविया तिनी नाउ पाया, बूझो कर विचार, सदा शांत सुख मन वसै, चूकै कूक पुकार, आपै नू आप खाए, मन निर्मल होवै, गुर शब्दी विचार, नानक शब्द रत्ते से मुक्त है, हर जियो हेत प्यार। पहले श्लोक के अंदर उस किस्म के इंसान की गल हुई जिहड़ा बिल्कुल ही बेकार जीवन गवा के जन्म मरण के गेड़ च फसिया रहा, दूजियां नूं मत्ता दिंदा रहा, जो दूजियां नूं दसिया वो आप नहीं अपनाया। अगर इस श्लोक के अंदर हुण ऑपोजिट है, उन्हां लोकां दी गल हो रही है जिन्हां ने अपने जीवन नूं सही मार्ग ते तोर लिया है। वो नैगेटिव एक पक्ष सीगा, ये पॉजिटिव पक्ष आ गया है। जिन्नी सतगुर सेविया, जिन्हां ने सच्चे गुरु दी शरण दे विच रह के गुरु दे हुक्म दी काल कमाई कीती, गुरु दी सिੱਖਿਆ ਨੂੰ अपना लिया। जिन्नी भाव जिन्हां ने सतगुरु दे रारे ਨੂੰ ਔਂਕੜ है, सतगुरु ਨੂੰ सेविया। सेविया का जो अर्थ है अखरी अर्थ तो होंदा है जिन्हां ने सतगुरु ਨੂੰ सेवा, सतगुरु ਦੀ सेवा कीती। पर सतगुरु ਦੀ सेवा की है? सतगुरु ਦੀ सेवा कोई दुनियावी पदार्थां ਦੀ भेटा या कोई होर फिजिकल कंफर्ट ਦੀ प्रोविजनस, ये चीज़ां सेवा नहीं है। सेवा है गुरु के हुक्म की पालना करनी। तो इसे ही गल नूं दृढ़ करवाने वास्ते गुरु पातशाह ने अगे गल की है कि जिन्नी सतगुरु सेविया तिनी नाम पाया, उन्होंने नाम की प्राप्ति होंदी है। जिन्होंने सतगुरु नूं सेविया उन्होंने ही नाम नूं प्राप्त किया। तिनी तिन्हां ने उन्होंने नाम प्रभु का नाम पाया, प्राप्त किया, पा लिया। अगे कहते हैं कि बूझो कर विचार, ये गल नूं तुसीं विचार करके समझ लवो। कर दे रारे नूं सियारी है, करके बूझो बुझ लवो, कर विचार विचार करके चंगी तरह नाल सोच के विचार के तुसीं देख लो कि जिन्हां ने सतगुर दे हुक्म दी पालना कीती उन्हां नूं ही नाम दी दात प्राप्त हुई। गुरु के हुक्म की पालना किए बगैर, गुरु की दसी हुई सिक्ख्या नूं जीवन में अपनाने तो बगैर नाम की प्राप्ति नहीं हो सकती। नाम कोई किसी लफ्ज़ का रेपिटेशन नहीं है, बार बार रटन करना नहीं है। नाम एक जीवन जांच है, वो गुनाह की जिंदगी है, गुनाह भरपूर जिंदगी है, जिथे प्रभु दे नाल प्यार की सांझ पै जाती है। जो प्रभु के गुण हैं वो नाम जपन वाले दे जीवन के विचों भी प्रगट होकर नज़र आते हैं। तो ये नाम की अवस्था है। नाम उच्ची उच्ची एक लफ्ज़ का रटन करना नहीं है। कई लोगों को बड़ा स्वाद आता है जी, बड़ा बड़ा रस आता है जी, असीं वाहिगुरू 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 करते हैं, बड़ा स्वाद आता है। ठीक है, वो स्वाद
ਉਹਨਾਂ ਨੂੰ ਮੁਬਾਰਕ ਹੈ। ਪਰ ਅਸਲ ਵਿੱਚ ਨਾਮ ਜੋ ਹੈ ਉਹ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਹੈ। ਉਹਨਾਂ ਗੁਣਾਂ ਦਾ ਜੀਵਨ ਦੇ ਅੰਦਰ ਨਜ਼ਰ ਆਉਣਾ, ਪ੍ਰੈਕਟੀਕਲੀ ਉਹਦੇ ਜੀਵਨ ਦੇ ਵਿੱਚ ਉਹਨਾਂ ਗੁਣਾਂ ਦਾ ਪ੍ਰਗਟ ਹੋਣਾ, ਉਹਨਾਂ ਦੀ ਵਰਤੋਂ ਹੋਣੀ, ਉਹਨਾਂ ਗੁਣਾਂ ਦੇ ਆਧਾਰ ਦੇ ਉੱਤੇ ਜੀਵਨ ਬਤੀਤ ਹੋਣਾ, ਇਹ ਨਾਮ ਦੀ ਅਵਸਥਾ ਹੈ। ਤੋ ਗੁਰੂ ਸਾਹਿਬ ਨੇ ਇੱਥੇ ਗੱਲ ਸਪਸ਼ਟ ਕੀਤੀ ਹੈ, ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ। ਵਿਚਾਰ ਕਰਕੇ ਚੰਗੀ ਤਰ੍ਹਾਂ ਨਾਲ ਸੋਚ ਸਮਝ ਕੇ ਇਸ ਗੱਲ ਨੂੰ ਸਮਝ ਲਓ ਕਿ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੋ ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਹੁਕਮ ਦੀ ਪਾਲਣਾ ਕੀਤੀ, ਉਹਨਾਂ ਨੂੰ ਹੀ ਨਾਮ ਪ੍ਰਾਪਤ ਹੋਇਆ। ਔਰ ਉਹਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗਦਾ ਹੈ ਵੀ ਨਾਮ ਪ੍ਰਾਪਤ ਹੋ ਗਿਆ? ਸਦਾ ਸ਼ਾਂਤ ਸੁਖ ਮਨ ਵਸੈ, ਚੁੱਕਾ ਕੂਕ ਪੁਕਾਰ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਵਾਸਤੇ ਹੀ ਸ਼ਾਂਤੀ ਰਹਿੰਦੀ ਹੈ, ਉਹਨਾਂ ਦੇ ਜੀਵਨ ਵਿੱਚ ਸਦਾ ਸ਼ਾਂਤੀ ਰਹਿੰਦੀ ਹੈ, ਉਹਨਾਂ ਦੇ ਮਨ ਦੇ ਵਿੱਚ ਸੁਖ ਵਸਦਾ ਹੈ। ਸੁਖ ਖੱਖੇ ਨੂੰ ਔਂਕੜ ਹੈ, ਮਨ ਨੰਨੇ ਨੂੰ ਸਿਹਾਰੀ ਹੈ। ਮਨ ਦੇ ਵਿੱਚ ਸੁਖ ਵਸਦਾ ਹੈ, ਵਸੈ ਇੱਕ ਵਚਨ ਦੀ ਕਿਰਿਆ ਹੈ। ਸੁਖ ਮਨ ਦੇ ਵਿੱਚ ਵਸਦਾ ਹੈ। ਅਤੇ ਹੋਰ ਕੀ ਹੁੰਦਾ ਹੈ? ਚੁੱਕੈ ਕੂਕ ਪੁਕਾਰ। ਚੁੱਕੈ ਦਾ ਅਰਥ ਹੁੰਦਾ ਹੈ ਮੁੱਕ ਜਾਣਾ। ਚੁੱਕੈ ਚੁੱਕ ਜਾਂਦਾ ਹੈ, ਮੁੱਕ ਜਾਂਦਾ ਹੈ। ਕੀ ਚੀਜ਼? ਕੂਕ ਪੁਕਾਰ, ਕਲਪਨਾ, ਚੀਕ ਚਿਲਾੜ ਚਿਹਾੜਾ। ਕੂਕ ਪੁਕਾਰ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀ ਹੈ। ਕੋਈ ਇਨਸਾਨ ਕੂਕ ਪੁਕਾਰ ਕਦੋਂ ਕਰਦਾ ਹੈ? ਜਦੋਂ ਉਹ ਦੁਖੀ ਹੁੰਦਾ ਹੈ, ਜਦੋਂ ਕਿਸੇ ਚੀਜ਼ ਤੋਂ ਉਹਨੂੰ ਤਕਲੀਫ ਹੁੰਦੀ ਹੈ, ਕੋਈ ਕਸ਼ਟ ਹੁੰਦਾ ਹੈ, ਤੇ ਉਹ ਕੂਕ ਪੁਕਾਰ ਕਰਦਾ ਹੈ, ਬਚਾਓ, ਮੈਨੂੰ ਬਚਾ ਲਓ। ਪਰ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਨੂੰ ਕੂਕ ਪੁਕਾਰ ਕਰਨ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ, ਕਿਉਂਕਿ ਉਹਨਾਂ ਨੂੰ ਕੋਈ ਚੀਜ਼ ਵੀ ਦੁਖਦਾਈ ਮਹਿਸੂਸ ਹੁੰਦੀ ਨਹੀਂ ਹੈ। ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਵਾਸਤੇ ਸੁਖ ਵਸਿਆ ਹੁੰਦਾ ਹੈ, ਸਦਾ ਹੀ ਸ਼ਾਂਤ ਰਹਿੰਦੇ ਹਨ। ਤੋ ਇਹ ਨਹੀਂ ਹੈ ਕਿ ਐਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਕਸ਼ਟ ਆਂਦਾ ਨਹੀਂ ਹੈ, ਕੋਈ ਡਿਫਿਕਲਟੀ ਨਹੀਂ ਆਂਦੀ, ਕੋਈ ਰਾਹ 'ਚ ਰੁਕਾਵਟ ਨਹੀਂ ਆਂਦੀ। ਅਸਲੀਅਤ ਇਹ ਹੁੰਦੀ ਹੈ ਕਿ ਉਹ ਦੁੱਖ ਔਰ ਸੁੱਖ ਨੂੰ ਸਮ ਕਰਕੇ ਜਾਣਨਾ, ਬਰਾਬਰ ਮੰਨ ਕੇ ਜੀਵਨ ਚਲਾਣਾ ਜਾਣਦੇ ਹਨ। ਸਿੱਖ ਇਤਿਹਾਸ ਐਸੀਆਂ ਸੈਂਕੜੇ ਹਜ਼ਾਰਾਂ ਮਿਸਾਲਾਂ ਦੇ ਨਾਲ ਭਰਿਆ ਪਿਆ ਹੈ, ਜਿੱਥੇ ਅਨੇਕਾਂ ਕਿਸਮ ਦੇ ਕਸ਼ਟ ਨੂੰ ਸਹਾਰਦੇ ਹੋਏ ਵੀ ਗੁਰੂ ਕੇ ਸਿੱਖ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ, ਸ਼ਾਂਤ ਹੀ ਰਹੇ, ਚੈਨ ਦੇ ਵਿੱਚ ਰਹੇ। ਕਿਸੇ ਕਿਸਮ ਦਾ ਉਹਨਾਂ ਨੇ ਕੋਈ ਕੂਕ ਪੁਕਾਰ ਵਾਲੀ ਗੱਲ ਨਹੀਂ ਕੀਤੀ, ਨਾ ਹੀ ਆਪਣੇ ਅਸੂਲਾਂ ਤੋਂ ਥਿੜਕੇ। ਤਾਂ ਸਦਾ ਸ਼ਾਂਤ ਸੁਖ ਮਨ ਵਸੈ, ਚੁੱਕਿਆ ਕੂਕ ਪੁਕਾਰ। ਜਿਸ ਇਨਸਾਨ ਨੇ ਗੁਰੂ ਨੂੰ ਸੇਵਿਆ, ਗੁਰੂ ਦੇ ਹੁਕਮ ਦੀ ਪਾਲਣਾ ਕੀਤੀ, ਉਸਨੇ ਨਾਮ ਨੂੰ ਪਾ ਲਿਆ। ਉਸਦੇ ਜੀਵਨ ਵਿੱਚ ਸਦਾ ਵਾਸਤੇ ਸ਼ਾਂਤੀ, ਉਹਦੇ ਮਨ 'ਚ ਸਦੀਵੀ ਸੁੱਖ ਵਸ ਜਾਂਦਾ ਹੈ, ਅਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਕੂਕ ਪੁਕਾਰ, ਚੀਕ ਚਿਹਾੜਾ, ਕਲਪਨਾ, ਇਹ ਸਭ ਖਤਮ ਹੋ ਜਾਂਦੇ ਹਨ। ਹੋਰ ਉਸਦੀ ਕੀ ਨਿਸ਼ਾਨੀ ਹੁੰਦੀ ਹੈ? ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ, ਗੁਰ ਸ਼ਬਦੀ ਵਿਚਾਰ। ਉਹ ਆਪਣੇ ਆਪ ਨੂੰ ਖਾ ਜਾਂਦਾ ਹੈ। ਆਪਣਾ ਆਪ ਖਾਣ ਤੋਂ ਕੀ ਭਾਵ ਹੋਇਆ? ਆਪਣੇ ਬਾਡੀ ਨੂੰ ਨਹੀਂ ਖਾ ਜਾਂਦਾ, ਉਹ ਆਪਣੇ ਅੰਦਰੋਂ ਹਉਮੈ ਨੂੰ ਖਾ ਲੈਂਦਾ ਹੈ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਸਭ ਤੋਂ ਭਾਰੀ ਸਮੱਸਿਆ ਹੈ, ਜੋ ਪ੍ਰੋਬਲਮ ਹੈ, ਜੋ ਰੁਕਾਵਟ ਹੈ ਪ੍ਰਭੂ ਦੇ ਨਾਲ ਮਿਲਾਪ ਤੋਂ, ਉਹ ਹੈ ਉਹਦਾ ਹੰਕਾਰ, ਉਹਦੀ ਹਉਮੈ। तो उस हौमे नूं ਉਹ ਕੰਟਰੋਲ ਕਰ ਲੈਂਦਾ ਹੈ, ਉਸ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਤੇ ਜਿਸ ਹਉਮੈ ਦਾ ਸਦਕਾ ਅਨੇਕਾਂ ਵਿਕਾਰ ਜਨਮ ਲੈਂਦੇ ਹਨ ਤੇ ਮਨ ਨੂੰ ਮੈਲਾ ਕਰਦੇ ਹਨ, ਉਸ ਬੰਦੇ ਦਾ ਫਿਰ ਹਉਮੈ ਦੇ ਉੱਤੇ ਕੰਟਰੋਲ ਹੋਣ ਕਰਕੇ ਉਹਦਾ ਮਨ ਵੀ ਨਿਰਮਲ ਹੋ ਜਾਂਦਾ ਹੈ। ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ। ਉਹ ਆਪਣੇ ਅੰਦਰੋਂ ਹਉਮੈ ਨੂੰ ਨਸ਼ਟ ਕਰ ਦਿੰਦਾ ਹੈ। ਉਹਦਾ ਮਨ ਵਿਕਾਰਾਂ ਦੇ ਵੱਲੋਂ ਪਵਿੱਤਰ ਹੋ ਜਾਂਦਾ ਹੈ, ਮਨ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਗੁਰ ਸ਼ਬਦੀ ਵਿਚਾਰ। ਪਰ ਇਹ ਮਿਲਦਾ ਸਭ ਕੁਝ, ਇਹ ਵਿਚਾਰ ਜਿਹੜੀ ਹੈ ਇਹ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸ਼ਬਦ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। तो जिन्हीं सतगुर सेविया भी दा भी भाव यही है कि जिहड़ा गुरु के शब्द दे विच दित्ती हुई सिक्ख्या नूं प्रैक्टिकली इंप्लीमेंट कर लैंदा है।
ਤਾਂ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਵਿਚਾਰ ਮਨ ਵਿੱਚ ਪ੍ਰਗਟ ਹੁੰਦੀ ਹੈ, ਜਿਹਦੇ ਸਦਕਾ ਉਹ ਆਪਣੀ ਹਉਮੈ ਨੂੰ ਖਾ ਜਾਂਦਾ ਹੈ, ਨਸ਼ਟ ਕਰ ਦਿੰਦਾ ਹੈ ਤੇ ਮਨ ਨੂੰ ਨਿਰਮਲ ਕਰ ਲੈਂਦਾ ਹੈ। ਆਖਰੀ ਪੰਕਤੀ ਵਿੱਚ ਫਿਰ ਐਸੇ ਲੋਕਾਂ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ, ਨਾਨਕ ਸ਼ਬਦ ਰੱਤੇ ਸੇ ਮੁਕਤ ਹੈ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਭਾਵ ਸ਼ਬਦ ਦੇ ਵਿੱਚ ਰੱਤੇ ਰੰਗੇ ਹੋਏ, ਬਿਲਕੁਲ ਉਹਦੇ ਅੰਦਰ ਇਕਮਿਕ ਹੋਏ ਹੋਏ, ਸ਼ਬਦ ਦੇ ਨਾਲ ਜੁੜੇ ਹੋਏ ਸੇ ਮੁਕਤ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ। ਜਿਹੜੇ ਸਤਿਗੁਰੂ ਦੇ ਸ਼ਬਦ ਦੇ ਵਿੱਚ ਰੱਤੇ ਹੋਏ ਹਨ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ। ਹਰ ਜੀਉ ਹੇਤ ਪਿਆਰ, ਕਿਉਂਕਿ ਸ਼ਬਦ ਦੀ ਵਿਚਾਰ ਦਾ ਸਦਕਾ ਉਹਨਾਂ ਦੇ ਅੰਦਰ ਪ੍ਰਭੂ ਦੇ ਨਾਲ ਪਿਆਰ ਪ੍ਰਗਟ ਹੋ ਜਾਂਦਾ ਹੈ, ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ। ਤੇ ਜਿਨ੍ਹਾਂ ਦਾ ਪ੍ਰਭੂ ਦੇ ਨਾਲ ਪਿਆਰ ਹੁੰਦਾ ਹੈ, ਉਹਨਾਂ ਦਾ ਫਿਰ ਮਾਇਆ ਨਾਲ ਪਿਆਰ ਮੁੱਕ ਜਾਂਦਾ ਹੈ। ਜਿਨ੍ਹਾਂ ਦਾ ਮਾਇਆ ਨਾਲ ਪਿਆਰ ਨਹੀਂ ਹੁੰਦਾ, ਉਹਨਾਂ ਦੇ ਅੰਦਰ ਵਿਕਾਰ ਜਨਮ ਨਹੀਂ ਲੈਂਦੇ, ਵਿਕਾਰ ਉਹਨਾਂ ਦੇ ਉੱਤੇ ਹਾਵੀ ਨਹੀਂ ਹੋ ਸਕਦੇ। तो ये सारी लॉजिकल बिल्कुल गल है, सिस्टमैटिक गल गुरु साहब ने इस श्लोक की समझाई है कि गुर शब्दी विचार, गुरु के शब्द की विचार का सदका जिन्नी सतगुर सेविया तिनी नाव पाया। बूझो कर विचार, जिन्होंने भी गुरु के शब्द की विचार की, गुरु की सिक्ख्या नूं अपना लिया, समझ लिया, तो फिर उन्होंने पालन उहदा पालन कर लिया, तो मानो उन्होंने गुरु की सेवा की, गुरु के हुक्म की पालना की, ਉਹਦਾ ਸਦਕਾ ਉਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ। ਇਹ ਗੱਲ ਤੁਸੀਂ ਸੋਚ ਵਿਚਾਰ ਕਰਕੇ ਦੇਖ ਲਵੋ, ਤੁਹਾਨੂੰ ਵੀ ਸਮਝ ਆ ਜਾਏਗੀ। ਔਰ ਉਹਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਹੀ ਸ਼ਾਂਤੀ ਹੁੰਦੀ ਹੈ, ਉਹਨਾਂ ਦੇ ਮਨ ਦੇ ਵਿੱਚ ਸੁੱਖ ਵਸਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚੋਂ ਕੂਕ ਪੁਕਾਰ, ਚੀਕ ਚਿਹਾੜਾ, ਕਲਪਨਾ ਸਭ ਮਿਟ ਜਾਂਦੀ ਹੈ। ਉਹ ਕਿਸੇ ਚੀਜ਼ ਦੇ ਵਾਸਤੇ ਵੀ ਫਿਰ ਸ਼ਿਕਾਇਤਾਂ ਨਹੀਂ ਕਰਦੇ, ਰੱਬ ਨੂੰ ਉਲਾਮੇ ਨਹੀਂ ਦਿੰਦੇ ਮੇਰੇ ਨਾਲ ਇਹ ਕਿਉਂ ਹੋਇਆ। ਆਪਣੀ ਹਉਮੈ ਨੂੰ ਉਹ ਕੰਟਰੋਲ ਕਰ ਲੈਂਦੇ ਹਨ, ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਖਾ ਕੇ ਮਨ ਨੂੰ ਪਵਿੱਤਰ ਕਰ ਲੈਂਦੇ ਹਨ। ਔਰ ਇਹ ਚੀਜ਼ ਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਦੇ ਵਿਚਾਰ ਦਾ ਸਦਕਾ ਹੀ। ਗੁਰੂ ਦੇ ਸ਼ਬਦ ਦੇ ਨਾਲ ਜੋ ਰੰਗੇ ਰਹਿੰਦੇ ਹਨ, ਉਹਦੇ ਨਾਲ ਜੋ ਪਿਆਰ ਕਰਦੇ ਹਨ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਪ੍ਰਭੂ ਵਾਸਤੇ ਪਿਆਰ ਜਿਹੜਾ ਹੈ ਉਹ ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ। ਉਹਨਾਂ ਦੀ ਸੁਰਤ ਜਿਹੜੀ ਹੈ ਉਹ ਪ੍ਰਭੂ ਦੇ ਪਿਆਰ ਦੇ ਨਾਲ ਜੁੜ ਜਾਂਦੀ ਹੈ। पौड़ी के अंदर गुरु साहब फरमाते हैं, हर की सेवा सफल है, गुरमुख पावै थाए, जिस हर पावै तिस गुर मिलै, सो हर नाम ध्याए, गुर शब्दी हर पाई है, हर पार लंघाए, मन हठ किने ना पायो, पुछो वेदां जाए, नानक हर की सेवा सो करे, जिस लय हर लाए। हर की सेवा सफल है, गुरमुख पावै थाए। प्रभु की सेवा, प्रभु की सेवा भी वही है, प्रभु दे नाल प्यार। ये प्रभु की बख्शिश ही हुंदी है कि इंसान नूं सच्चे गुरु की शरण प्राप्त हुंदी है। ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਲੈਂਦੇ ਹਨ, ਵਿਚਾਰ ਕਰਕੇ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹਨ, ਉਹਨਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦਾ ਨਾਮ ਹੈ ਪ੍ਰਭੂ ਦੇ ਗੁਨਾਹ ਦੇ ਨਾਲ ਸਾਂਝ, ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ। ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ ਜੋੜਨਾ ਹੀ ਪ੍ਰਭੂ ਦੀ ਸੇਵਾ ਹੈ, ਹਰੀ ਦੀ ਸੇਵਾ ਹੈ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਈ। गुरमुख तो भाव है वो इंसान ਜਿਹੜੇ ਗੁਰੂ ਦੇ ਸਨਮੁਖ ਹਨ, ਜਿਹੜੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, ਗੁਰੂ ਦੇ ਦੱਸੇ ਅਨੁਸਾਰ ਜੀਵਨ ਚਲਾਉਂਦੇ ਹਨ। तो प्रभु ਦੀ ਬੰਦਗੀ ਕੋਈ ਵੀ ਕਰੇ, ਕਿਸੇ ਵੀ ਤਰੀਕੇ ਕਰੇ, ਉਹਦਾ ਫਲ ਤਾਂ ਚੰਗਾ ਹੀ ਹੈ, ਪਰ ਕਬੂਲ ਉਸੇ ਦੀ ਹੁੰਦੀ ਹੈ, ਪੂਰਨ ਸਫਲਤਾ ਉਸੇ ਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ। ਕਿਉਂ? अपनी हिम्मत दे नाल, अपने यत्नां दे नाल इंसान कई बारी भुलेखे खा जाता है, हंकार दे विच फस जाता है, आपा भाव हौमे की भावना उपर आ जाती है। जिथे हौमे आ जाता है फिर नाम तो संबंध टुट जाता है, तो इंसान भटक जाता है, माया च फिर मुड़ के खचत हो जाता है। तो ये ऊंच नीच
ਇਨਸਾਨ ਦੀ ਜ਼ਿੰਦਗੀ ਵਿੱਚ ਚਲਦੀ ਹੈ ਜਦ ਤੱਕ ਉਹ ਗੁਰੂ ਦੇ ਪ੍ਰੋਟੈਕਸ਼ਨ ਵਿੱਚ ਨਹੀਂ ਹੁੰਦਾ। ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਉਪਦੇਸ਼ ਨੂੰ ਹੀ ਆਪਣੀ ਗਾਈਡਿੰਗ ਸਪਿਰਿਟ, ਆਪਣਾ ਗਾਈਡਿੰਗ ਲਾਈਟ ਸਮਝਦਾ ਹੈ, ਤਾਂ ਉਹ ਫਿਰ ਵਿਕਾਰਾਂ ਦੇ ਚੱਕਰ 'ਚ ਫਸਣ ਤੋਂ, ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ। ਉਹਦੀ ਕਾਲਨਾ, ਉਹਦੀ ਸੇਵਾ ਸਫਲ ਹੈ, ਥਾਏ ਪੈਂਦੀ ਹੈ, ਪ੍ਰਭੂ ਦੀ ਦਰਗਾਹ 'ਚ ਕਬੂਲ ਹੋ ਜਾਂਦੀ ਹੈ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਹਨ। ਔਰ ਇਹ ਵੀ ਗੱਲ ਸੱਚਾਈ ਹੈ, ਜਿਵੇਂ ਕਿ ਪਹਿਲੇ ਮੈਂ ਬਿਆਨ ਕੀਤਾ ਹੈ ਕਿ ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਜਿਹਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਜਿਹਦੇ ਉੱਤੇ ਪ੍ਰਭੂ ਟੁੱਟਦਾ ਹੈ, ਜਿਹਦੇ ਉੱਤੇ ਪ੍ਰਭੂ, ਜਿਹੜਾ ਪ੍ਰਭੂ ਨੂੰ ਪਾ ਜਾਂਦਾ ਹੈ, ਚੰਗਾ ਲੱਗਦਾ ਹੈ, ਉਸੇ ਦਾ ਹੀ ਮਿਲਾਪ ਗੁਰੂ ਦੇ ਨਾਲ ਹੁੰਦਾ ਹੈ। ਜਿਸ ਹਰ ਭਾਵੈ, ਹਰ ਭਾਵੈ ਤੋਂ ਭਾਵ ਹੈ ਜਿਹੜਾ ਹਰੀ ਨੂੰ ਪਾ ਜਾਂਦਾ ਹੈ, ਜਿਸ ਨੂੰ ਹਰੀ ਚੰਗਾ ਮੰਨ ਲੈਂਦਾ ਹੈ, ਜਿਹਦੇ ਤੇ ਟੁੱਟ ਜਾਂਦਾ ਹੈ, ਉਸ ਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ। ਤਿਸ ਗੁਰ ਮਿਲੈ, ਉਸ ਦਾ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਫਿਰ ਗੁਰੂ ਦੇ ਮਿਲਾਪ ਦਾ ਸਦਕਾ, ਗੁਰੂ ਦੀ ਸ਼ਬਦ ਦੀ ਵਿਚਾਰ ਅਤੇ ਉਸ ਦੀ ਕਾਲ ਕਮਾਈ ਕਰਨ ਦਾ ਸਦਕਾ ਹਰੀ ਦੇ ਨਾਮ ਦੇ ਨਾਲ ਸੰਬੰਧ ਜੁੜ ਜਾਂਦਾ ਹੈ। ਤੋ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਤੇ ਸੱਚੇ ਗੁਰੂ ਦਾ ਮਿਲਾਪ ਹੁੰਦਾ ਹੈ। ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕੀਤਿਆਂ ਹਰੀ ਦੇ ਨਾਮ ਦੇ ਨਾਲ ਸੰਬੰਧ ਜੁੜਦਾ ਹੈ ਤੇ ਹਰੀ ਦਾ ਨਾਮ ਹਿਰਦੇ ਦੇ ਵਿੱਚ ਟਿਕਦਾ ਹੈ। ਉਹੀ ਹਰੀ ਦਾ ਸਿਮਰਨ ਕਰ ਸਕਦਾ ਹੈ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਸ ਪ੍ਰਭੂ ਦੇ ਨਾਲ ਇਹ ਪਿਆਰ ਦਾ ਰਿਸ਼ਤਾ ਜਿਹੜਾ ਹੈ ਇਹ ਪੱਕਾ ਹੁੰਦਾ ਹੈ। ਗੁਰ ਸ਼ਬਦੀ ਹਰ ਪਾਈਐ, ਹਰ ਪਾਰ ਲੰਘਾਏ। ਗੁਰੂ ਦੇ ਸ਼ਬਦ ਦੇ ਦੁਆਰਾ ਹੀ ਉਹ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਪ੍ਰਭੂ ਇਸ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ। ਪ੍ਰਭੂ ਦਾ ਨਾਮ ਹੀ ਹੈ ਜੋ ਇਸ ਭਵਜਲ ਤੋਂ ਇਨਸਾਨ ਨੂੰ ਵਿਕਾਰਾਂ ਦੀਆਂ ਲਹਿਰਾਂ ਤੋਂ ਦੀ ਬਚਾ ਕੇ ਪਾਰ ਕਰਨ ਵਾਲਾ ਹੈ। ਇਹ ਪ੍ਰਭੂ ਹੀ ਹੈ। तो प्रभु के नाम की प्राप्ति गुरु पासों होंदी है, गुरु के शब्द की विचार सदका होंदी है। तो इसलिए गुरु साहब कहते हैं गुर शब्दी हर पाई है, हर पार लंघाए। वो हरि जो संसार सागर तो पार लंघाने वाला है, उसकी प्राप्ति गुरु के शब्द द्वारा ही होंदी है। किसी के मन में विचार आ सकता है कि भाई गुरु के शब्द की, गुरु की सिक्ख्या की हर वेले की लोड़ है। एक बार सुन लिया, समझ लिया, फिर अपनी मर्जी ने जो मर्जी करो, समझ तो आ ही गई है। पर गुरु साहब कहते हैं कि गुरु की गाइडेंस, गुरु की सिक्ख्या की हमेशा ही लोड़ है। अपने मन के नाल, मन के जोर दे नाल, अपने मन के हठ दे नाल कोई भी इस संसार सागर तो पार नहीं हो सकिया। गुरु साहब फरमाते हैं मन हठ किने ना पायो, पुछो वेदां जाए। बेशक तुसी वेदां आदिक धार्मिक ग्रंथां नूं भी पढ़ के फरोल के वेख लवो, वो भी इस गल की गवाही भरते हैं कि मन के हठ नाल किसी नूं प्रभु की प्राप्ति नहीं हुंदी। मन हट किने ना पायो, कोई किसी नूं प्राप्ति नहीं हुई। वेदां दा ज्ञान, वेदां दा जो विचार है वो तो बड़ी पुरानी है, कई सैकड़े साल, हज़ारां साल भी कहते हैं पुराना है। तो इन्ने सालों का जो ज्ञान है ਉਹਦੇ ਵਿੱਚ ਵੀ यही निर्णय निकलिया है कि मन के हठ ਦੀ ਵਰਤੋਂ करके कोई प्रभु ਨੂੰ प्राप्त नहीं कर सकता। गुरु के सन्मुख रहा ही प्रभु की प्राप्ति होंदी है। इसलिए अंतली पंक्ति गुरु साहब फरमाते हैं नानक हर की सेवा सो करे जिस लए हर लाए। पर हरि की सेवा कर वही सकता है जिन्हों हरि गुरु के नाल मिलाप करवा के अपनी सेवा दे विच आप ला लैंदा है। वो है ये बख्शिश प्रभु की ही। सफलता उसे नूं ही मिलती है जिहदे उत्ते प्रभु की बख्शिश होंदी है। कि प्रभु की बख्शिश का पात्र बनने दे वास्ते सब तो जो इंपॉर्टेंट चीज़ है वो पिछले श्लोक दे विच आई, आपै नूं आप खाए मन निर्मल होवै गुर शब्दी विचार। गुरु के शब्द की विचार सदका अपनी होमै नूं नाश करके मन नूं निर्मल कर लेना। तो इसलिए गुर शब्दी, गुरु के शब्द के द्वारा गुरु की सन्मुख, गुरु के सन्मुख रहने की गल
ਇਹ ਬਾਰ-ਬਾਰ ਇਹਨਾਂ ਪੰਕਤੀਆਂ ਵਿੱਚ ਆ ਰਹੀ ਹੈ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ। ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹਦੀ ਹੀ ਸੇਵਾ ਕਬੂਲ ਹੁੰਦੀ ਹੈ। ਜਿਸ ਹਰ ਪਾਵੈ ਤਿਸ ਗੁਰ ਮਿਲੈ। ਪ੍ਰਭੂ ਬਖਸ਼ਿੰਦ ਹੁੰਦਾ ਹੈ, ਜਿਹਦੇ ਉੱਤੇ ਮਿਹਰ ਕਰਦਾ ਹੈ, ਉਸੇ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਹੈ, ਕਿਉਂਕਿ ਗੁਰੂ ਦਾ ਮਿਲਾਪ ਜ਼ਰੂਰੀ ਹੈ। ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨ ਵਾਸਤੇ, ਪ੍ਰਭੂ ਦੀ ਨਾਮ ਦੀ ਬੰਦਗੀ ਦੇ ਵਿੱਚ ਜੁੜਨ ਵਾਸਤੇ ਵੀ ਗੁਰੂ ਦੀ ਸਿੱਖਿਆ ਜ਼ਰੂਰੀ ਹੈ। ਸੋ ਜਿਸ ਹਰ ਪਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਤੇ। ਉਹੀ ਹਰੀ ਦਾ ਨਾਮ ਤੇ ਆਂਦਾ ਹੈ ਜਿਹਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਹੈ। ਗੁਰ ਸ਼ਬਦੀ ਹਰ ਪਾਈ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਹਰੀ ਦਾ ਨਾਮ ਪ੍ਰਾਪਤ ਹੁੰਦਾ ਹੈ। ਉਹ ਹਰੀ ਦਾ ਨਾਮ ਜਿਹੜਾ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ। ਨਿਰੇ ਆਪਣੇ ਮਨ ਦੇ ਮਗਰ ਲੱਗ ਗਏ, ਮਨ ਦੇ ਹੱਟ ਦੇ ਨਾਲ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਇਸ ਗੱਲ ਦੀ ਗਵਾਹੀ ਵੇਦ ਵੀ ਭਰਦੇ ਹਨ। ਤੋ ਅੰਤਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਜਿਹਨੂੰ ਹਰੀ ਆਪਣੀ ਸੇਵਾ ਵਿੱਚ ਲਗਾ ਲੈਂਦਾ ਹੈ ਉਹੀ ਹਰੀ ਦੀ ਸੇਵਾ ਕਰ ਸਕਦਾ ਹੈ, ਭਾਵ ਹਰੀ ਦੇ ਨਾਲ ਪਿਆਰ ਦਾ ਸੰਬੰਧ ਜੋੜ ਸਕਦਾ ਹੈ। ਤੇ ਹਰੀ ਜਿਨ੍ਹਾਂ ਨੂੰ ਆਪਣੀ ਸੇਵਾ ਚ ਲਾਂਦਾ ਹੈ ਉਹੀ ਹਨ ਜਿਨ੍ਹਾਂ ਦਾ ਮਿਲਾਪ ਉਹ ਸੱਚੇ ਗੁਰੂ ਦੇ ਨਾਲ ਕਰਾ ਦਿੰਦਾ ਹੈ। ਤੋ ਪ੍ਰਭੂ ਬਖਸ਼ਿੰਦ ਹੋ ਕੇ ਟੁੱਟ ਕੇ ਜੀਵ ਦਾ ਮਿਲਾਪ ਸੱਚੇ ਗੁਰੂ ਨਾਲ ਕਰਾਂਦਾ ਹੈ। ਗੁਰੂ ਸ਼ਬਦ ਦੇ ਰਾਹੀਂ ਗਿਆਨ ਬਖਸ਼ਿਸ਼ ਕਰਦਾ ਹੈ, ਜੀਵਨ ਜਾਚ ਦੀ ਬਖਸ਼ਿਸ਼ ਕਰਦਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਜੀਵ ਪ੍ਰਭੂ ਦੀ ਬੰਦਗੀ ਦੇ ਵਿੱਚ ਪ੍ਰਭੂ ਦੇ ਨਾਮ ਦੇ ਨਾਲ ਸੰਬੰਧ ਜੋੜਦਾ ਹੈ ਤੇ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਦਾ ਹੈ। ਉਹਦੀ ਕਾਲਨਾ, ਉਹਦੀ ਸੇਵਾ ਫਿਰ ਪ੍ਰਭੂ ਦੀ ਦਰਗਾਹ 'ਚ ਕਬੂਲ ਹੁੰਦੀ ਹੈ। ਤੋ ਇਸ ਸ਼ਲੋਕਾਂ ਦੇ ਵਿੱਚ ਔਰ ਪੌੜੀ ਦੇ ਵਿੱਚ ਇਹੀ ਗੱਲ ਸਪਸ਼ਟ ਕੀਤੀ ਗਈ ਹੈ ਕਿ ਮਨ ਦੇ ਮਗਰ ਤੁਰਿਆ, ਵਿਕਾਰਾਂ ਦੇ ਵਿੱਚ ਖਚਤ ਰਿਹਾ, ਮਾਇਆ ਦੇ ਪਿਆਰ ਦੇ ਵਿੱਚ ਰਿਹਾ, ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਨਿਰੇ ਦਿਮਾਗੀ ਲੈਵਲ ਦੇ ਉੱਤੇ ਧਾਰਮਿਕ ਗਿਆਨ, ਧਾਰਮਿਕ ਪੁਸਤਕਾਂ ਦਾ ਗਿਆਨ ਹਾਸਲ ਕਰਕੇ ਵੀ ਅਗਰ ਜੇ ਉਹ ਜੀਵਨ ਵਿੱਚ ਨਹੀਂ ਆਇਆ ਤਾਂ ਉਹ ਜੀਵਨ ਵਿਅਰਥ ਜਾਂਦਾ ਹੈ, ਜਿਵੇਂ ਕਿ ਪਹਿਲੇ ਸ਼ਲੋਕ ਦੇ ਵਿੱਚ ਕਿਹਾ ਗਿਆ ਹੈ। ਦੂਜੇ ਸ਼ਲੋਕ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਜੋੜ ਲੈਂਦੇ ਹਨ, ਪ੍ਰਭੂ ਦੀ ਬੰਦਗੀ ਵਿੱਚ ਜੁੜ ਜਾਂਦੇ ਹਨ, ਉਹ ਹੀ ਵਿਕਾਰਾਂ ਤੋਂ ਮੁਕਤ ਹੁੰਦੇ ਹਨ ਤੇ ਪ੍ਰਭੂ ਦੇ ਪਿਆਰ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਵਸ ਜਾਂਦਾ ਹੈ। ਐਸੇ ਹੀ ਲੋਕਾਂ ਦੀ ਸੇਵਾ ਸਫਲ ਹੁੰਦੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹਨ। ਗੁਰੂ ਦਾ ਮਿਲਾਪ ਪ੍ਰਭੂ ਦੀ ਬਖਸ਼ਿਸ਼ ਸਦਕਾ ਹੀ ਹੁੰਦਾ ਹੈ। ਪ੍ਰਭੂ ਨਾਲ, ਗੁਰੂ ਨਾਲ ਮਿਲਾ ਕੇ ਹੀ ਪ੍ਰਭੂ ਆਪਣੀ ਸੇਵਾ ਵਿੱਚ ਆਪ ਉਹਨਾਂ ਨੂੰ ਲਗਾ ਲੈਂਦਾ ਹੈ। ਤੋ ਆਪਣਾ ਭਾਵ ਗਵਾ ਕੇ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਰਹਿਣਾ, ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਸਮਰਪਣ ਕਰ ਦੇਣਾ, ਉਹੀ ਤਰੁੱਠ ਕੇ ਫਿਰ ਗੁਰੂ ਦਾ ਮਿਲਾਪ ਕਰਾਂਦਾ ਹੈ ਤੇ ਆਪਣੇ ਨਾਲ ਮੇਲ ਲੈਂਦਾ ਹੈ। ਇਤਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ